ਜਨਮਦਿਨ ਸੀਗਾ ਸਾਰੇ ਵੀਰਾਂ ਨੇ ਭਾਜੀ ਹੁਣੀ ਸਾਰਿਆਂ ਨੇ ਤੇ ਜਨਮਦਿਨ ਕੇਕ ਲਿਆਂਦਾ ਤੇ ਕੱਟਣ ਲੱਗਿਆ ਜੀ। ਇਹ ਨੌਜਵਾਨ ਸਾਡਾ ਜਿਹੜਾ ਇਹ ਲਗਾਤਾਰ 5 ਮਹੀਨੇ ਤੋਂ ਇੱਕ ਦਿਨ ਵੀ ਵਾਪਸ ਨਹੀਂ ਗਿਆ। ਸੋ ਇਹ ਸਾਰੇ ਨੌਜਵਾਨਾਂ ਨੇ ਰਲ ਕੇ ਸਾਡੇ ਮੇਜਰ ਲੀਗ ਵਾਲੇ ਜਿੰਨੇ ਮੁੰਡੇ ਨੇ ਸਾਡੇ ਉਹ ਸਾਰਿਆਂ ਨੇ ਰਲ ਕੇ ਕਿਹਾ ਵੀ ਅੱਜ ਇਹਦਾ ਜਨਮਦਿਨ ਇੱਥੇ ਮਨਾਉਣਾ, ਚੜ੍ਹਦੀ ਕਲਾ ਵਾਲਾ ਸਬੂਤ ਦਈਏ ਵੀ ਜਿਵੇਂ ਲੋਕ ਉੱਦਾਂ ਮਨਾਉਂਦੇ ਨੇ ਖੁਸ਼ੀ ਕਰਕੇ ਪੂਰਾ, ਅੱਜ ਖੁਸ਼ੀ ਕਰਕੇ ਪੂਰਾ ਇਹਦਾ ਜਿਹੜਾ ਜਨਮਦਿਨ ਮਨਾਉਣਾ। ਸਾਰੇ ਹੀ ਸੇਵਾ 'ਚ ਲੱਗੇ ਹੋਏ ਨੇ ਔਰ ਨਿਸ਼ਕਾਮ ਸੇਵਾ ਕਰ ਰਹੇ ਨੇ। ਕਦੇ ਇਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਸਟੇਜਾਂ ਤੇ ਟਾਈਮ ਨਹੀਂ ਮਿਲਦਾ, ਕਦੇ ਇਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਪ੍ਰਮੋਟ ਕਰੋ ਮੋਹਰੇ ਹੋਣਾ। ਇਹ ਸਾਡਾ ਭਰਾ ਸਾਡੀ ਟੀਮ ਚੋਂ ਇਕੱਲਾ ਇਹੋ ਜਿਹਾ ਬੰਦਾ ਜਿਹੜਾ ਇੱਕ ਵਾਰੀ ਵੀ ਹਲੇ ਤਾਈਂ ਘਰ ਨੂੰ ਨਹੀਂ ਗਿਆ। ਇਹ ਸਾਨੂੰ ਭਰਾ ਸਾਡਾ ਭਰਾ ਸਾਨੂੰ ਇਹ 'ਤੇ ਬਹੁਤ ਮਾਣ ਆ। ਜੇ ਇਸ ਮੋਦੀ ਸਰਕਾਰ ਦੇ ਉਲਟ ਕੋਈ ਆਵਾਜ਼ ਨਹੀਂ ਸੀ ਉਠਾ ਰਿਹਾ, ਉਸ ਮੋਦੀ ਦੇ ਆਪਾਂ 5 ਮਹੀਨੇ ਤੋਂ ਇੱਥੇ ਉੱਪਰ ਬੈਠੇ ਆ ਬਿਲਕੁਲ ਚੜ੍ਹ ਕੇ। ਕਰੋਨਾ ਐਡੀ ਘਾਤਕ ਨਹੀਂ ਹੈ ਜਿੱਡੀ ਦਿੱਲੀ ਵਿੱਚ ਉਹ ਬਣ ਗਈ ਆ। ਬਾਕੀ ਦੇਸ਼ ਦੇ ਸੂਬਿਆਂ ਵਿੱਚ ਵੀ ਸਾਰੇ ਬੈਠੇ, ਉੱਥੇ ਇੰਨੀ ਕਿਉਂ ਨਹੀਂ? ਤੇ ਤੁਹਾਨੂੰ ਪਤਾ ਹੈ ਕਿ ਬਿਮਾਰੀ ਦੇ ਨਾਲ ਨਾਲ ਸਰਕਾਰਾਂ ਇਹਨੂੰ ਆਪਣੇ ਹਥਿਆਰ ਦੇ ਤੌਰ ਤੇ ਵਰਤ ਰਹੀਆਂ। ਤੇ ਸਰਕਾਰ ਜਿਹੜਾ ਮਰਜ਼ੀ ਹੱਥਕੰਡਾ ਬਣਾ ਲਵੇ, ਜਿੰਨਾ ਚਿਰ ਸਾਡੇ ਲੋਕ ਇੱਥੇ ਸ਼ਾਂਤੀ ਨਾਲ ਬੈਠੇ ਆ ਨਾ, ਸਰਕਾਰ ਕੁਝ ਨਹੀਂ ਕਰ ਸਕਦੀ। पंजाब न्यूज़ देख रहे सारे ही देश के दर्शकों का मैं हरजीत कौर स्वागत करती हूं। दर्शकों, जिथे तुसीं देखा कि लगातार दिल्ली दी बरूहां ते किसानी अंदोलन जा रहा, तो जे गल करिए खुशियां गमियां दी तां इस किसानी अंदोलन दे विच ही मनाइयां जा रही ने। तुसीं देखो कि साडे पिछे बहुत वड्डे इकट्ठ हैगा जिथे ये वीर है, इन्हां दा बर्थडे हैगा, जिथे मनजीत राय जी भी पहुंचे ने। तुसीं देख सकदे संयुक्त किसान मोर्चा दे आगू। तो ये वीर दा बर्थडे अज इस किसानी अंदोलन दे विच मनाया जा रहा। जिथे असीं गल करदे हां नौजवानां दी, तां नौजवानां ने इत्थे सेवावां भी ਜਿਹੜੀਆਂ ਉਹ ਬੜੀਆਂ ਚਲਾਈਆਂ ਹੋਈਆਂ, ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਕੀ ਸੇਵਾਵਾਂ ਉਹਨਾਂ ਨੇ ਇੱਥੇ ਕੀਤੀਆਂ ਹੋਈਆਂ। ਤੇ ਨਾਲ ਇਹ ਵੀਰ ਜਿਹੜਾ ਆਪਣਾ ਸੈਲੀਬ੍ਰੇਟ ਕਰ ਰਿਹਾ ਬਰਥਡੇ, ਤੁਸੀਂ ਦੇਖ ਸਕਦੇ ਹੋ ਤੇ ਚੀਮਾ ਲਿਖਿਆ ਕੇਕ ਲੈ ਕੇ ਆਂਦਾ ਹੋਇਆ। ਤਾਂ ਵੀਰ ਨਾਲ ਵੀ ਗੱਲਬਾਤ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਥੇ ਅਸੀਂ ਦੇਖਿਆ ਕਿ ਲਗਾਤਾਰ ਆਪਾਂ ਬੈਠੇ ਹੋਏ ਆ ਦਿੱਲੀ ਦੀ ਦੁੱਖ ਦੇ ਵਿੱਚ ਬੈਠੇ ਹੋਏ, ਪਰ ਫਿਰ ਵੀ ਸੁੱਖਾਂ ਦਾ ਆਨੰਦ ਮਾਰ ਰਹੇ ਆ ਇੱਥੇ। ਤਾਂ ਕਿਸ ਤਰ੍ਹਾਂ ਲੱਗ ਰਿਹਾ ਜੀ ਪੂਰੇ ਪਰਿਵਾਰ ਦੇ ਨਾਲ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ? ਦੇਖੋ ਜੀ, ਪਹਿਲੇ ਦਿਨ ਤੋਂ ਹੀ ਬੈਠੇ ਆ ਇੱਥੇ ਤੇ ਬਹੁਤ ਖੁਸ਼ੀ ਆ, ਭਰਾਵਾਂ ਦੇ ਵਿੱਚ ਬੈਠੇ ਆ, ਅੰਦੋਲਨ ਦੇ ਵਿੱਚ ਬੈਠੇ ਆ, ਅੰਦੋਲਨ ਲੜ ਰਹੇ ਆ। ਤੇ ਅੱਜ ਜਨਮਦਿਨ ਸੀਗਾ ਸਾਰੇ ਵੀਰਾਂ ਨੇ ਭਾਜੀ ਹੁਣੀ ਸਾਰਿਆਂ ਨੇ ਤੇ ਜਨਮਦਿਨ ਕੇਕ ਲਿਆਂਦਾ ਤੇ ਕੱਟਣ ਲੱਗਿਆ ਜੀ। ਇਹ ਪਹਿਲੀ ਵਾਰ ਮੈਂ ਆਪਣੀ ਲਾਈਫ ਦੇ ਵਿੱਚ ਜਨਮਦਿਨ ਮਨਾਉਣ ਲੱਗਾ ਆ। ਪਹਿਲਾਂ ਕਦੇ ਨਹੀਂ ਸੀ ਮਨਾਇਆ? ਕਦੇ ਨਹੀਂ ਸੀ ਮਨਾਇਆ। ਹਾਂਜੀ, ਮਨਾਉਣਾ ਵੀ ਤਾਂ ਕਈ ਵਾਰ ਪਰਿਵਾਰ ਦੇ ਵਿੱਚ ਹੀ ਮਨਾ ਦਿੰਦੇ। ਐਡਾ ਵੱਡਾ ਪਰਿਵਾਰ ਜਿਹੜਾ ਤੁਹਾਨੂੰ ਮਿਲਿਆ ਅੱਜ, ਐਡਾ ਪਰਿਵਾਰ ਤਾਂ ਕਦੇ ਮਿਲਿਆ ਹੀ ਨਹੀਂ ਜੀ। ਹਾਂਜੀ, ਵੈਸੇ ਇੱਥੇ ਬਹੁਤ ਖੁਸ਼ੀ ਹੋਈ ਹੈ ਵੀ ਇੰਨੇ ਸਾਰੇ ਭਾਜੀ ਸਾਡੇ ਸਾਰੇ ਇਕੱਠੇ ਹੋਏ ਆ, ਕਬੱਡੀ ਪਲੇਅਰ ਮੇਜਰ ਲੀਗ ਵਾਲੇ। ਤਾਂ ਅਸੀਂ ਬਹੁਤ ਧੰਨਵਾਦ, ਮਨਜੀਤ ਸਿੰਘ ਰਾਏ ਹੁਣੀ, ਸਾਡੇ ਕਾਦੀਆਂ ਵਾਲੇ ਵਾਈਸ ਪ੍ਰਧਾਨ ਹੋਣੀ, ਸਾਰੇ ਆਏ ਹੋ ਆ। ਹਾਂਜੀ, ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਕੀ ਕਹੋਗੇ ਜਿਹੜੇ ਨੌਜਵਾਨਾਂ ਨੇ ਮਤਲਬ ਕਿ ਬੇਸ਼ੱਕ ਦੁੱਖ ਦੇ ਵਿੱਚ ਬੈਠੇ, ਪਰ ਫਿਰ ਵੀ ਆਪਣੀ ਜਿਹੜੀ ਖੁਸ਼ੀ ਗਮੀ ਜੋ ਵੀ ਕੋਈ ਤਿਉਹਾਰ ਹੈਗਾ ਇੱਥੇ ਮਨਾਇਆ ਜਾਂਦਾ? ਦੇਖੋ, ਇਹ ਸਾਡੀ ਕੌਮ ਦਾ ਵਿਰਸਾ ਹੈ ਵੀ ਇਹ ਕਿੱਡੀ ਵੀ ਮੁਸੀਬਤ ਕਿਉਂ ਨਾ ਆ ਜਾਵੇ, ਇਹ ਕਦੇ ਮਨ ਨੂੰ ਆਪਣੇ ਨੀਵਾਂ ਨਹੀਂ ਕਰਦੇ, ਡੋਲਣ ਨਹੀਂ ਦਿੰਦੇ। ਸੋ ਇਹ ਨੌਜਵਾਨ ਸਾਡਾ ਜਿਹੜਾ ਇਹ ਲਗਾਤਾਰ 5 ਮਹੀਨੇ ਤੋਂ ਇੱਕ ਦਿਨ ਵੀ ਵਾਪਸ ਨਹੀਂ ਗਿਆ ਆਪਣੇ ਨਗਰਾਂ ਨੂੰ, ਆਪਣੇ ਘਰਾਂ ਨੂੰ। ਸੋ ਇਹ ਸਾਰੇ ਨੌਜਵਾਨਾਂ ਨੇ ਰਲ ਕੇ ਸਾਡੇ ਮੇਜਰ ਲੀਗ ਵਾਲੇ ਜਿੰਨੇ ਮੁੰਡੇ ਨੇ ਸਾਡੇ ਟੋਨੀ ਸਾਡੇ ਸੰਧੂ ਸਾਹਿਬ ਰੁੜਕੇ ਤੋਂ, ਮੰਗੀ ਬੱਗਾ ਪਿੰਡ ਆ, ਨੰਨੀ ਗੋਪਾਲਪੁਰ ਤੋਂ ਆ, ਜਿੰਨੇ ਵੀ ਮੁੰਡੇ ਸਾਡੇ ਸਾਰੇ ਹੈਗੇ ਨੇ ਇੱਥੇ ਹਾਜ਼ਰ, ਉਹ ਸਾਰਿਆਂ ਨੇ ਰਲ ਕੇ ਕਿਹਾ ਵੀ ਅੱਜ ਇਹਦਾ ਜਨਮਦਿਨ ਇੱਥੇ ਮਨਾਉਣਾ। ਅੱਗੇ ਵੀ ਮਨਾਉਂਦੇ ਨੇ ਪਰ ਉਹ ਇਸ ਤਰੀਕੇ ਨਾਲ ਸਾਡੇ ਜੋ ਵਿਰਸੇ ਦੇ ਵਿੱਚ ਹੈ ਵੀ ਗੁਰੂ ਘਰ ਜਾਈਦਾ, ਉੱਥੇ ਰਸਤਾਂ ਲੈ ਕੇ ਜਾਈਦਾ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਈਦਾ। ਸੋ ਅੱਜ ਹੁਣ ਇੱਥੇ ਅਸੀਂ ਬੈਠੇ ਅੰਦੋਲਨ 'ਚ, ਤਾਂ ਅੱਜ ਇਹ ਜਿਹੜੀ ਗੱਲ ਕਿਤੇ ਨਾ ਕਿਤੇ ਵੀ ਆਪਾਂ ਅੰਦੋਲਨ 'ਚ ਕੋਈ ਨਿਰਾਸ਼ਾ ਨਾ ਹੋਵੇ, ਚੜ੍ਹਦੀ ਕਲਾ ਵਾਲਾ ਸਬੂਤ ਦਈਏ ਵੀ ਜਿਵੇਂ ਲੋਕ ਉੱਦਾਂ ਮਨਾਉਂਦੇ ਨੇ ਖੁਸ਼ੀ ਕਰਕੇ ਪੂਰਾ, ਅੱਜ ਖੁਸ਼ੀ ਕਰਕੇ ਪੂਰਾ ਇਹਦਾ ਜਿਹੜਾ ਜਨਮਦਿਨ ਮਨਾਉਣਾ। ਸੋ ਇਸ ਤਰੀਕੇ ਦੇ ਨਾਲ ਇਹ ਸਤਿ ਸ੍ਰੀ ਅਕਾਲ। ਸੁਣਿਆ ਕਿ ਨੌਜਵਾਨਾਂ ਬਾਰੇ ਕਿਹਾ ਜਾ ਰਿਹਾ ਕਿ ਨੌਜਵਾਨ ਤਾਂ ਇੱਥੇ ਕਰਦੇ ਨਹੀਂ, ਏਸੀਆਂ ਵਿੱਚ ਬੈਠਣ ਆਏ ਨੇ, ਕਿਤੇ ਧਰਨੇ ਵਿੱਚ ਬੈਠ ਕੇ ਤਾਂ ਦੇਖਣ ਇਹਨਾਂ ਨੂੰ ਗਰਮੀ ਕਿੱਦਾਂ ਲੱਗਦੀ ਹੈਗੀ ਆ, ਉਸ ਬਾਰੇ ਕੀ ਕਹੋਗੇ? ਨਹੀਂ, ਇਹ ਗਲਤ ਗੱਲ ਹੈ। ਮੈਂ ਕਹਿੰਦਾ 5 ਮਹੀਨਿਆਂ ਤੋਂ ਇਹ ਨੌਜਵਾਨ ਅੰਦੋਲਨ 'ਚ ਨੇ, ਲੰਗਰ ਲਾ ਕੇ ਬੈਠੇ ਨੇ। ਆਹ ਲੰਗਰ ਸਾਡੇ ਕਬੱਡੀ ਵਾਲੇ ਮੁੰਡਿਆਂ ਦਾ ਸਾਰਾ, ਇਹ ਸਾਡੇ ਮੰਗੀ ਬੱਗਾ ਪਿੰਡ, ਨੰਨੀ ਗੋਪਾਲਪੁਰੀਆ ਸਾਡੇ ਕੋਲ ਖੜੇ ਨੇ ਮੁੰਡੇ, ਔਰ ਟੋਨੀ ਸਾਡਾ ਵੀਰ ਰੁੜਕੇ ਵਾਲਾ, ਇਹ ਆਰਗੇਨਾਈਜ਼ ਕਰਦੇ ਨੇ ਸਾਰੇ ਲੰਗਰਾਂ ਨੂੰ। ਜਿੰਨੀ ਵੀ ਇਹਨਾਂ ਦੀ ਸਾਰੀ ਟੀਮ ਹੈ, ਮੈਂ ਬਾਕੀ ਪਲੇਅਰਾਂ ਦੇ ਨਹੀਂ ਲੈ ਸਕਾਂਗਾ ਕਈਆਂ ਦੇ, ਉਹ ਸਾਰੇ ਹੀ ਪਲੇਅਰ ਰਲ ਕੇ ਇਹਨਾਂ
ਨੇ ਇਹ ਲੰਗਰ ਜਿਹੜਾ ਲਗਾਇਆ ਹੋਇਆ। ਔਰ ਪਿਛਲੇ ਇਹ ਪੂਰਾ ਜਿਸ ਦਿਨ ਦਾ ਅਸੀਂ ਪਹਿਲੇ ਦਿਨ ਤੋਂ ਆਏ ਆ, ਕਿਉਂਕਿ ਮੇਰੇ ਨਾਲ ਜਦੋਂ ਅਸੀਂ ਬਾਰਡਰ ਤੋੜਦੇ ਆਏ ਆ ਤੇ ਮੇਰਾ ਵੀਰ ਮੰਗੀ ਮੇਰੇ ਨਾਲ ਸੀ, ਟੋਨੀ ਵੀਰ ਨਾਲ ਸੀ, ਮਨਜੋਤ ਸੀ ਸਾਡੇ ਨਾਲ, ਨੰਨੀ ਮੇਰੇ ਨਾਲ, ਅਸੀਂ ਇਕੱਠੇ ਬਾਰਡਰ ਤੋੜਦੇ ਆਏ। ਸ਼ੰਭੂ ਬਾਰਡਰ ਤੋਂ ਅਸੀਂ ਇਕੱਠੇ ਹੀ ਸੀ। ਔਰ ਜਿੰਨੇ ਬਾਰਡਰ ਤੋੜੇ ਸਾਡੀਆਂ ਤੁਸੀਂ ਫੋਟੋਆਂ ਕਢਾ ਕੇ ਵੇਖ ਸਕਦੇ ਆ। ਪਹਿਲੇ ਦਿਨ ਤੋਂ ਇਹਨਾਂ ਨੇ ਬਾਰਡਰ ਤੋੜੇ ਨੇ। ਸਹੀ ਜਿਹੜੇ ਨੌਜਵਾਨ ਬਾਰਡਰ ਤੋੜਨ ਵਾਲੇ, ਮੈਂ ਕਹੂੰਗਾ ਇਹ ਮੁੰਡੇ ਸਾਡੇ ਕਬੱਡੀ ਵਾਲੇ ਮੋਹਰੇ ਹੋ ਕੇ ਬਾਰਡਰ ਤੋੜੇ ਨੇ ਇਹਨਾਂ ਨੇ। ਸੋ ਬਾਰਡਰ ਤੋੜਦੇ ਇੱਥੇ ਤੱਕ ਆਏ ਔਰ ਇੱਥੇ ਆ ਕੇ ਪਹਿਲੇ ਦਿਨ ਤੋਂ ਲੰਗਰ ਲਾ ਕੇ ਬੈਠੇ ਨੇ ਸੰਗਤਾਂ ਲਈ। ਉਹ ਗੁਰੂ ਸਾਹਿਬ ਦੀ ਕਿਰਪਾ ਇਹਨਾਂ ਤੇ। ਮੈਂ ਕਹਿੰਦਾ ਵਾਹਿਗੁਰੂ ਇੱਦਾਂ ਕਿਰਪਾ ਬਣਾਈ ਰੱਖੇ, ਇਹਨਾਂ ਨੌਜਵਾਨਾਂ ਤੇ ਚੜ੍ਹਦੀ ਕਲਾ 'ਚ ਰਹਿਣ ਔਰ ਇਹ ਬੁਲੰਦੀਆਂ ਹਾਸਲ ਕਰਨ ਹੋਰ ਇਹ ਤੋਂ ਅੱਗੇ। ਸੋ ਇਸੇ ਤਰ੍ਹਾਂ ਇਹ ਸਾਡੇ ਨੌਜਵਾਨ ਜਿਹੜੇ ਸਾਥੀ ਨੇ ਇਹਨਾਂ ਦੇ, ਜਿੰਨੇ ਵੀ ਇੱਥੇ ਹੋਰ ਬਹੁਤ ਨੌਜਵਾਨ ਨੇ ਸਾਡੇ, ਜਿੰਨੇ ਵੀ ਵੀਰ ਛੋਟੇ ਭਰਾ ਸਾਡੇ, ਸਾਰੇ ਹੀ ਸੇਵਾ 'ਚ ਲੱਗੇ ਹੋਏ ਨੇ ਔਰ ਨਿਸ਼ਕਾਮ ਸੇਵਾ ਕਰ ਰਹੇ ਨੇ, ਜਿਹਦੇ ਵਿੱਚ ਇਦਾਂ ਦੀ ਕੋਈ ਭਾਵਨਾ ਨਹੀਂ। ਕਦੇ ਇਹਨਾਂ ਨੇ ਨਹੀਂ ਕਿਹਾ ਵੀ ਅਸੀਂ ਸਟੇਜਾਂ ਤੇ ਚੜ੍ਹ ਕੇ ਬੋਲਣਾ, ਕਦੇ ਇਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਸਟੇਜਾਂ ਤੇ ਟਾਈਮ ਨਹੀਂ ਮਿਲਦਾ, ਕਦੇ ਇਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਪ੍ਰਮੋਟ ਕਰੋ ਅਸੀਂ ਮੋਹਰੇ ਹੋਣਾ। ਸੋ ਇਹ ਅਸਲੀ ਜਜ਼ਬਾ ਇਹ ਹੈ, ਅਸਲੀ ਜਿਹੜਾ ਕਹਿੰਦੇ ਦਿਲੋਂ ਅੰਦੋਲਨ ਨੂੰ ਸਮਰਪਿਤ ਨੇ, ਉਹ ਇਹ ਨੌਜਵਾਨ ਨੇ ਦਿਲੋਂ ਸਮਰਪਿਤ ਹੋ ਕੇ ਇਸ ਅੰਦੋਲਨ ਦੇ ਵਿੱਚ ਜੁੜੇ ਹੋਏ ਨੇ। ਸੋ ਇਹਨਾਂ ਦੇ ਜਨਮ ਦਿਨ ਮਨਾਉਣੇ, ਮੈਂ ਸਮਝਦਾ ਵੀ ਮੇਰਾ ਵੀ ਸੁਭਾਗ ਹੈ ਅੱਜ ਕਿ ਮੈਂ ਇਸ ਜਨਮ ਦਿਨ ਮਨਾਉਣ ਦੇ ਵਿੱਚ ਹਾਜ਼ਰ ਹੋਇਆ। ਵੀ ਇਹ ਨੌਜਵਾਨਾਂ ਦੇ ਸਾਨੂੰ ਜਨਮ ਦਿਨ ਮਨਾਉਣੇ ਚਾਹੀਦੇ ਨੇ। ਅਸਲੀ ਜਵਾਨੀ ਇਹ ਹੈ ਪੰਜਾਬ ਦੀ। ਮਨਜੀਤ ਰਾਏ ਜੀ, ਦੇਖਦੇ ਆ ਤਾਂ ਤੁਹਾਡੇ ਪੁੱਤ ਨੇ ਤੁਹਾਡੇ ਨਾਲ ਚੱਲ ਰਹੇ ਨੇ ਨਾ, ਜਿੰਨੀ ਵੀ ਨੌਜਵਾਨੀ ਬੈਠੀ, ਕਹਿੰਦੇ ਬਜ਼ੁਰਗਾਂ ਦਾ ਥੱਪੜਾ ਹੁੰਦਾ ਹੈ, ਕਿਉਂਕਿ ਜੇ ਨੌਜਵਾਨਾਂ 'ਚ ਜੋਸ਼ ਹੁੰਦਾ ਬਜ਼ੁਰਗਾਂ ਦਾ ਵੀ ਹੋਸ਼ ਚਾਹੀਦਾ ਹੈਗਾ। ਪਰ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸਟੇਜਾਂ ਤੋਂ ਕਈ ਲੀਡਰਾਂ ਵੱਲੋਂ ਐਦਾਂ ਦੀ ਬਿਆਨਬਾਜ਼ੀ ਨੌਜਵਾਨਾਂ ਬਾਰੇ ਕਰਦੇ ਨੇ, ਕਿੰਨੀ ਕੁ ਜਾਏ ਤੁਹਾਨੂੰ ਲੱਗਦਾ ਨਹੀਂ ਕਿ ਨੌਜਵਾਨਾਂ 'ਚ ਨਿਰਾਸ਼ਤਾ ਵੀ ਆਉਂਦੀ ਹੈ? ਦੇਖੋ, ਅਸੀਂ ਕਈ ਵਾਰੀ ਉਹ ਆਪਣੇ ਪਰਸਨਲ ਵਿਚਾਰ ਹੁੰਦੇ ਆ ਕਿਸੇ ਆਗੂ ਦੇ। ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਵੀ ਨੌਜਵਾਨ ਸਾਡੇ ਨੇ, ਅਸੀਂ ਇਕੱਠੇ ਆਏ ਆ। ਮੈਨੂੰ ਤਾਂ ਪਤਾ ਨਾ, ਕਿਉਂਕਿ ਮੇਰੇ ਨਾਲ ਆਏ ਨੇ ਸਾਰੇ, ਅਸੀਂ ਬਾਰਡਰ ਤੋੜ ਕੇ ਆਏ ਆ, ਮੈਂ ਆਇਆ ਇਹਨਾਂ ਨੌਜਵਾਨਾਂ ਦੇ ਨਾਲ ਮੋਹਰੇ। ਤੇ ਫਿਰ ਮੈਂ ਤਾਂ ਪਹਿਲੇ ਦਿਨ ਤੋਂ 26 ਨੂੰ ਵੀ ਗਏ ਗਾਹਾਂ ਨੂੰ, ਮੇਰੇ ਨਾਲ ਸਨ ਸਾਰੇ। ਸੋ ਅਸੀਂ ਇਹ ਆਪਾਂ ਕਿਵੇਂ ਕਹਿ ਦਈਏ ਵੀ ਨੌਜਵਾਨ ਸਾਡੇ ਤੋਂ ਵੱਖ ਨੇ? ਨੌਜਵਾਨ ਸਾਡੇ ਨੇ, ਸਾਡੇ ਨਾਲ ਨੇ। ਜੇ ਕੋਈ ਆਗੂ ਇਦਾਂ ਦੀ ਗੱਲ ਕਰਦਾ, ਉਹਨੂੰ ਨਹੀਂ ਕਰਨੀ ਚਾਹੀਦੀ। ਉਹ ਸਿਆਣੇ ਆਗੂ ਨੇ, ਉਹਨਾਂ ਨੂੰ ਇਹ ਵਿਚਾਰ ਰੱਖਣਾ ਚਾਹੀਦਾ ਕਿ ਸਾਡੇ ਧੀਆਂ ਪੁੱਤਰ ਨੇ। ਹੋ ਸਕਦਾ ਕਿਤੇ ਨੌਜਵਾਨਾਂ 'ਚੋਂ ਗੁੱਸੇ 'ਚ ਆ ਕੇ, ਕੋਈ ਆਕਰੋਸ਼ 'ਚ ਆ ਕੇ ਕੋਈ ਕਿਤੇ ਗਲਤੀ ਵੀ ਹੋ ਜਾਵੇ, ਤਾਂ ਸਾਡੇ ਬੱਚਾ ਕੋਈ ਸਾਡਾ ਥਾਣੇ ਚਲ ਜਾਵੇ ਕੱਲ੍ਹ ਨੂੰ, ਗਲਤੀ ਕਰਕੇ ਅਸੀਂ ਛਡਾਉਣ ਨਹੀਂ ਜਾਂਦੇ, ਕੀ ਉਹਦੇ ਪਿੱਛੇ ਨਹੀਂ ਜਾਂਦੇ? ਸੋ ਉਹ ਸਾਡਾ ਹੀ ਹੁੰਦੇ ਨਾ, ਤੇ ਆਪਣੇ ਮੰਨ ਕੇ ਚੱਲੀਏ ਵੀ ਸਾਡੇ ਧੀਆਂ ਪੁੱਤਰ ਪੰਜਾਬ ਤੋਂ ਆਏ ਨੇ। ਉਹਨਾਂ ਦੇ ਜਜ਼ਬਾਤਾਂ ਨੂੰ ਵੀ ਦੇਖਣਾ ਚਾਹੀਦਾ ਵੀ ਉਹਨਾਂ ਦੇ ਜਜ਼ਬਾਤ ਕੀ ਕਹਿੰਦੇ ਨੇ, ਕੀ ਚਾਹੁੰਦੇ ਨੇ ਨੌਜਵਾਨ। ਬਿਲਕੁਲ, ਦੇਖੋ ਗੱਲ ਇਹ ਹੈਗੀ ਆ ਕਿ ਕਈ ਵਾਰੀ ਇਦਾਂ ਹੁੰਦਾ ਕਿ ਮਾਤਾ ਪਿਤਾ ਜਿਹੜੇ ਆ, ਉਹਨਾਂ ਦੀ ਭਾਵਨਾ ਤਾਂ ਹੋਰ ਬੁਲੰਦੀਆਂ ਦੀ ਹੁੰਦੀ ਨੌਜਵਾਨਾਂ ਲਈ, ਅਸੀਂ ਹੋਰ ਵੱਡਾ ਕੁਝ ਕਰਕੇ ਜਾਈਏ। ਪਰ ਕਈ ਵਾਰੀ ਨੌਜਵਾਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਛੇਤੀ ਦੇਣੀਆਂ ਹਾਸਲ ਕਰ ਲਈਏ। ਉਹਨੂੰ ਆਪਣੇ ਵਿਚਾਰਾਂ ਨੂੰ ਸਾਨੂੰ ਰਲਾ ਲੈਣਾ ਚਾਹੀਦਾ, ਰਲ ਕੇ ਇੱਕ ਸੁਮੇਲ ਬਣਾ ਕੇ ਚੱਲੀਏ ਔਰ ਨੌਜਵਾਨਾਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਉਹਨਾਂ ਦੇ ਨਾਲ ਵਿਚਾਰਧਾਰਾ ਬੈਠ ਕੇ ਕਰਕੇ। ਕਹਿੰਦੇ ਅਸਲੀ ਰਿਸ਼ਤਾ ਪਿਓ ਪੁੱਤਰ ਦਾ, ਅਸਲੀ ਯਾਰੀ ਪਿਓ ਪੁੱਤਰ ਦੀ। ਕਿਉਂ ਕਿਹਾ? ਕਿਉਂਕਿ ਜਿਹੜਾ ਬਾਪ ਹੁੰਦਾ, ਉਹਨੇ ਜ਼ਿੰਦਗੀ ਜਿਹੜੇ ਘਾਟੇ ਖਾਦੇ ਹੁੰਦੇ ਨੇ, ਉਹ ਕਹਿੰਦਾ ਮੇਰਾ ਪੁੱਤਰ ਨਾ ਖਾਵੇ। ਉਹ ਉਹਨੂੰ ਦੱਸਦਾ ਵੀ ਆਹ ਕਾਕਾ ਤੇਰੇ ਲਈ ਕੰਮ ਚੰਗਾ ਤੇ ਆ ਮਾੜਾ। ਤੇ ਇੱਕ ਜਿਹੜੀ ਸਾਂਝਤਾ ਨਾਲ ਚੱਲਦਾ ਅਸਲੀ ਪਰਿਵਾਰ, ਉਹ ਸਕਸੈਸਫੁਲ ਰਹਿੰਦਾ ਜਿਹਦੇ ਵਿੱਚ ਪਿਓ ਪੁੱਤਰ ਦੀ ਯਾਰੀ ਹੋਵੇ, ਬੈਠ ਕੇ ਇਕੱਠੇ ਰਹਿਣ, ਇਕੱਠੇ ਸਲਾਹ ਕਰਨ। ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਮਨਜੀਤ ਰਾਏ ਜੀ ਵੀ ਚੀਮਾ ਜੀ ਦਾ ਬਰਥਡੇ ਜਿਹੜਾ ਉਹ ਸੈਲੀਬ੍ਰੇਟ ਕਰਨ ਲਈ ਪਹੁੰਚੇ ਨੇ। ਇੱਥੇ ਮੰਗੀ ਜੀ ਵੀ ਮੌਜੂਦ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਆਪਾਂ ਕੇਕ ਦੀ ਰਸਮ ਵੀ ਕਰਾਂਗੇ ਸ਼ੁਰੂ, ਤੇ ਨਾਲ ਹੀ ਇੱਥੇ ਆਪਾਂ ਪੰਜਾਬ ਨਿਊਜ਼ ਦੀ ਟੀਮ ਵੀ ਸ਼ਾਮਲ ਹੋਵੇਗੀ। ਸਾਡੇ ਨਾਲ ਮੰਗੀ ਵੀਰ ਜੀ ਨੇ। ਅਚਾਨਕ ਤੇ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਹਿਸਾਬ ਨਾਲ ਆਪਾਂ ਦੇਖਦੇ ਆ ਕਿ ਤੁਹਾਡੇ ਟੂਰਨਾਮੈਂਟ ਵੀ ਹੁੰਦੇ ਹੋਣਗੇ, ਕਬੱਡੀ ਦੇ ਮੈਚ ਵੀ ਚੱਲ ਰਹੇ ਹੋਣਗੇ, ਪਰ ਤੁਸੀਂ ਫਿਰ ਵੀ ਕਿਸਾਨੀ ਅੰਦੋਲਨ 'ਚ ਡਟੇ ਹੋ, ਤਾਂ ਕੀ ਉਹ ਪੋਸਟਪੋਨ ਕੀਤੇ ਆ ਜਾਂ ਕਿੱਦਾਂ ਤੁਹਾਡਾ ਉਹ ਚੱਲ ਰਿਹਾ? ਨਹੀਂ, ਪਿੱਛੇ ਜੇ ਮੈਚ ਚੱਲਦੇ ਸੀਗੇ, ਵਿੱਚ ਥੋੜੇ ਜਿਹੇ ਮੈਚ ਖੇਡੇ ਵੀ ਸੀਗੇ। ਕਈ ਸਾਡੇ ਸੱਜਣ ਮਿੱਤਰਾਂ ਦੇ ਪਿੰਡ ਸੀਗੇ, ਤਾਂ ਉਹ ਕਹਿੰਦੇ ਸੀ, ਫਿਰ ਅਸੀਂ ਗਏ ਵੀ ਸੀਗੇ। ਤੇ ਫਿਰ ਕਾਫੀ ਉੱਥੇ ਪਿੰਡਾਂ ਦੇ ਵਿੱਚ ਕੰਮ ਵੀ ਹੈਗਾ ਸਾਡੇ, ਇੱਦਾਂ ਭਰਾ ਇੱਥੇ ਹੀ ਆ ਲਗਾਤਾਰ ਇਹ। ਤੇ ਅਸੀਂ ਕਈ ਵਾਰ ਸਾਨੂੰ ਕੰਮ ਹੁੰਦਾ, ਅਸੀਂ ਚੱਲ ਵੀ ਜਾਈਦਾ ਤੇ ਆ ਵੀ ਜਾਈਦਾ। ਜਦੋਂ ਅਜੇ ਵੀ ਕੋਈ ਕਹਿੰਦੇ ਨੇ ਕਿ ਕਬੱਡੀ ਵਾਲੇ ਨੌਜਵਾਨ ਆਏ ਸੀ, ਹੁਣ ਪਤਾ ਨਹੀਂ ਦਿਖਦੇ ਨਹੀਂ ਹੈਗੇ ਕਿਤੇ, ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਵਹਿਮ ਹੀ ਆ ਜੀ। ਕਬੱਡੀ ਵਾਲੇ ਇੱਥੇ ਹੀ ਆ, ਭਲਵਾਨ ਵੀ ਇੱਥੇ ਆ। ਕੱਲ੍ਹ ਪਰਸੋਂ ਤੱਕ ਮੁੰਡੇ ਜਿਹੜੇ ਵੇਟ ਲਿਫਟਰ ਸਾਡਾ ਭਰਾ ਸੀਗਾ, ਉਹਨੇ ਪਰਸੋਂ ਚੌਥ ਤੱਕ ਉਹਨੇ ਵੀ ਆਣਾ, ਕਿਉਂਕਿ ਕਈ ਜ਼ਰੂਰੀ ਘਰੇਲੂ ਰੁਝੇਵੇਂ ਵੀ ਹੁੰਦੇ, ਉਸੇ ਹਿਸਾਬ ਨਾਲ ਅਸੀਂ ਟੀਮਾਂ ਬਣਾ ਲਈਆਂ ਆਪਣੀਆਂ। ਤੇ ਜੇ ਕੋਈ ਹੱਬੀ ਨੱਬੀ ਹੁੰਦੀ ਆ ਤਾਂ ਅਸੀਂ ਛੇਤੀ ਅਸੀਂ ਇੱਕ ਅੱਧੇ ਉਦੋਂ ਹੀ ਆ ਜਾਂਦੇ, 5-6 ਘੰਟਿਆਂ 'ਚ ਹਾਜ਼ਰ ਹੋ ਜਾਂਦੇ ਆ। ਤੇ ਨਹੀਂ ਤਾਂ ਅਸੀਂ ਟੀਮ ਵਾਈਜ਼ ਕੰਮ ਕਰਦੇ ਹਾਂ ਹੁਣ, ਕਿਉਂਕਿ ਸਾਰਿਆਂ ਨੇ ਆਪੋ ਆਪਣੇ ਕੰਮ ਕਰਨ। ਜਿੱਦਾਂ ਹੁਣ ਵਾਢੀ ਚੱਲਦੀ ਆ ਤੇ ਕਣਕ ਦੀ ਵਾਢੀ ਚੱਲਦੀ ਆ, ਫਿਰ ਆਪਾਂ ਉਹ ਵੀ ਸਾਰਿਆਂ ਦੀਆਂ ਹੁਣ ਫਸਲਾਂ ਤਾਂ ਹੈਗੀਆਂ ਹੀ ਆ, ਉਹਨਾਂ ਨੇ ਉਹ ਵੀ ਸਾਂਭਣੀਆਂ ਵਾ, ਤੂੜੀ ਵੀ ਬਣਾਉਣੀ ਆ। ਜਿੱਦਾਂ ਕਈ ਹੋਰ ਵੀ ਹੁੰਦੇ ਜਿਵੇਂ, ਉਸ ਹਿਸਾਬ ਨਾਲ ਬੰਦੇ ਇੱਥੋਂ ਛੁੱਟੀ ਲੈ ਕੇ ਜਾਂਦੇ ਆ ਤੇ ਫਿਰ ਕਹਿ ਕੇ ਉਹਨੇ ਦਿਨਾਂ ਨੂੰ ਆ ਜਾਂਦੇ ਆ ਜੀ। ਅਸੀਂ ਦੇਖ ਰਹੇ ਹਾਂ ਤੁਸੀਂ ਸੇਵਾਵਾਂ ਬਹੁਤ ਕੀਤੀਆਂ ਹੋਈਆਂ, ਇੱਕ ਪਾਸੇ ਕੂਲਰ ਲੈ ਕੇ ਆਂਦੇ ਹੋਏ ਨੇ, ਤੇ ਪਾਸੇ ਜਿਹੜੇ ਬੈੱਡ ਆ ਉਹ ਵੀ ਲਿਆਂਦੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਨੰਨੀ ਗੋਪਾਲ ਜੀ ਨੇ, ਜਿਹੜੇ ਤੁਸੀਂ ਦੇਖ ਸਕਦੇ ਲਗਾਤਾਰ ਇਸ ਕਿਸਾਨੀ ਅੰਦੋਲਨ 'ਚ ਆਪਣਾ ਸਹਿਯੋਗ ਪਾ ਰਹੇ ਨੇ। ਵੀਰ ਜੀ, ਕਿੱਦਾਂ ਲੱਗ ਰਿਹਾ? ਅੱਜ ਇੱਕ ਵੀਰ ਦਾ ਬਰਥਡੇ ਵੀ ਮਨਾ ਰਹੇ, ਪਰ ਤੁਹਾਡੇ ਵੱਲੋਂ ਸੇਵਾਵਾਂ ਵੀ ਚੱਲ ਰਹੀਆਂ। ਅੱਜ ਬਹੁਤ ਵਧੀਆ ਲੱਗ ਰਿਹਾ, ਕਿਉਂਕਿ ਇੱਥੇ ਆਏ ਸਾਨੂੰ ਬਹੁਤ ਸਾਰੇ ਨਵੇਂ ਭਰਾ ਮਿਲੇ, ਉਹਨਾਂ ਦੇ ਨਾਲ 5 ਮਹੀਨੇ ਰਹੇ।
ਇਹ ਸਾਡਾ ਭਰਾ ਸਾਡੀ ਟੀਮ ਚੋਂ ਇਕੱਲਾ ਇਹੋ ਜਿਹਾ ਬੰਦਾ ਜਿਹੜਾ ਇੱਕ ਵਾਰੀ ਵੀ ਹਲੇ ਤਾਈਂ ਘਰ ਨੂੰ ਨਹੀਂ ਗਿਆ। ਇਹ ਬਹੁਤ ਵੱਡੀ ਗੱਲ ਹੈ। 5 ਮਹੀਨੇ ਕਿਸੇ ਸੰਘਰਸ਼ ਦੇ ਲੇਖੇ ਲਾ ਕੇ ਤਾਂ ਪਿੱਛੇ ਘਰ ਦੇ ਨਹੀਂ ਜਾਣਾ। ਇਹ ਸਾਨੂੰ ਸਾਡਾ ਭਰਾ ਸਾਨੂੰ ਇਹ 'ਤੇ ਬਹੁਤ ਮਾਣ ਆ। ਖੁਸ਼ੀ ਵੀ ਹੈ ਕਿਉਂਕਿ ਇਹ ਹੁਣ ਜਿਹੜਾ ਇਹ ਆਪਣਾ ਸੰਘਰਸ਼ ਹੈ ਲੰਮਾ ਚੱਲ ਗਿਆ। ਇਹ ਹੌਲੀ ਹੌਲੀ ਵਿੱਚ ਇੰਜੋਏ ਵੀ ਹੋ ਜਾਂਦਾ। ਚਲੋ ਭਰਾ ਦਾ ਜਨਮ ਦਿਨ ਹੈ, ਸਾਨੂੰ ਖੁਸ਼ੀ, ਅਸੀਂ ਕੇਕ ਕੱਟ ਰਹੇ ਹਾਂ ਜੀ। ਤਾਂ ਕੀ ਲੱਗਦਾ ਕਿ ਕਿਸਾਨੀ ਅੰਦੋਲਨ ਚ ਚੀਮਾ ਵੀਰ ਵੀ 5 ਮਹੀਨੇ ਹੋ ਗਏ ਲਗਾਤਾਰ ਡਟੇ ਹੋਏ ਆ, ਤੁਸੀਂ ਵੀ ਆਉਂਦੇ, ਪ੍ਰਾਪਤੀਆਂ ਕੀ ਹੋਈਆਂ ਕਿਸਾਨੀ ਅੰਦੋਲਨ ਚ? ਪ੍ਰਾਪਤੀਆਂ ਜੀ ਬਹੁਤ ਸਾਰੇ ਨਵੇਂ ਭਰਾ, ਬਹੁਤ ਤਜਰਬੇ ਦੀਆਂ ਜੋ ਅਸੀਂ ਅਣਜਾਣ ਸੀ। ਅਸੀਂ ਕਿਉਂਕਿ ਪਲੇਅਰ ਬੰਦੇ ਇਕੱਲੀ ਮਿਹਨਤ ਕਰਦੇ ਖੇਡਦੇ ਸੀਗੇ। ਬਹੁਤ ਕੁਝ ਜਾਣਨ ਨੂੰ ਜ਼ਿੰਦਗੀ ਦਾ ਤਜਰਬਾ ਜੋ ਸਾਨੂੰ ਬਹੁਤ ਜ਼ਿਆਦਾ ਮੂਹਰੇ ਕੰਮ ਆਊਗਾ ਕਿਉਂਕਿ ਜੇ ਬਜ਼ੁਰਗਾਂ ਦੇ ਨਾਲ ਬੈਠਣ ਦਾ ਇੰਨਾ ਕਦੀ ਖੁੱਲ੍ਹ ਕੇ ਸਮਾਂ ਨਹੀਂ ਮਿਲਿਆ। ਬਜ਼ੁਰਗਾਂ ਨਾਲ ਬੈਠੇ ਕੁਝ ਜ਼ਿੰਦਗੀ ਦੇ ਤਜਰਬੇ ਉਹਨਾਂ ਨੇ ਸਾਨੂੰ ਸਾਂਝੇ, ਕੁਛ ਅਸੀਂ ਕੀਤੇ। ਕਿਉਂ ਬਜ਼ੁਰਗਾਂ ਨੇ ਬਹਿਣਾ ਚੰਗੀ ਗੱਲ ਹੁੰਦੀ ਕਿਉਂਕਿ ਜ਼ਿੰਦਗੀ ਦਾ ਤਜਰਬਾ ਅਸਲ ਇਹਨਾਂ ਨੂੰ ਹੁੰਦਾ। ਸੋਚਿਆ ਵੀ ਨਹੀਂ ਸੀ ਵੀ ਇਕੱਠੇ ਹੋ ਕੇ ਬੈਠਾਂਗੇ, ਜਿਹੜਾ ਅੱਜ ਸਾਨੂੰ ਮੌਕਾ ਵੀ ਮਿਲਿਆ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮਿਲਣ ਦਾ, ਬੈਠਣ ਦਾ। ਕਦੀ ਇੰਨੇ ਲੋਕਾਂ ਨਾਲ ਨਹੀਂ ਸੋਚਿਆ ਸੀ ਵੀ ਇੰਨੇ ਲੋਕਾਂ ਨਾਲ ਅਸੀਂ ਇਕੱਠੇ ਬੈਠਾਂਗੇ। ਇਕੱਠੇ ਲੋਕ ਸਾਨੂੰ ਪਹਿਲਾਂ ਗੇਮ ਕਰਕੇ ਜਾਂਦੇ, ਪਰ ਇੰਨੇ ਕਰੀਬੀਓਂ ਅਸੀਂ ਲੋਕਾਂ ਦੇ ਨਾਲ ਬਹਿ ਕੇ ਕਦੀ ਗੱਲਾਂ ਕਰਾਂਗੇ ਇਹ ਨਹੀਂ ਕਦੀ ਸੋਚਿਆ ਸੀ ਜੀ। ਸੋ ਦਰਸ਼ਕੋ, ਆਪਾਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿਉਂਕਿ ਅਜੇ ਵੀ ਤੁਸੀਂ ਦੇਖ ਸਕਦੇ ਸਾਡੇ ਪਿੱਛੇ ਸੇਵਾਵਾਂ ਇਹਨਾਂ ਵੱਲੋਂ ਬਹੁਤ ਚਲਾਈਆਂ ਗਈਆਂ ਨੇ, ਪਰ ਆਪਾਂ ਚਾਹੁੰਦੇ ਹਾਂ ਕਿ ਪਹਿਲਾਂ ਇਹ ਕੇਕ ਕੱਟ ਲੈਣ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਜਿਹੜਾ ਬਰਥਡੇ ਆ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਮਨਾਇਆ ਜਾ ਰਿਹਾ। ਹਾਂ ਜ਼ਰੂਰ। ਸੋ ਸਾਡੇ ਨਾਲ ਟੋਨੀ ਵੀਰ ਵੀ ਮੌਜੂਦ ਆ। ਆਪਾਂ ਟੋਨੀ ਵੀਰ ਜੀ ਨਾਲ ਵੀ ਗੱਲ ਕਰਾਂਗੇ ਜਿਹੜੇ ਕਿ ਲਗਾਤਾਰ ਨੌਜਵਾਨਾਂ ਨੂੰ ਬੰਨ੍ਹ ਕੇ ਇਸ ਕਿਸਾਨੀ ਅੰਦੋਲਨ 'ਚ ਲੈ ਕੇ ਆਏ ਸੀ। ਜਿੱਦਾਂ ਕਹਿ ਦਈਏ ਕਿ ਕਈ ਨੌਜਵਾਨ ਸੀ ਜਿਹੜੇ ਕਿ ਕਬੱਡੀ ਖਿਡਾਰੀਆਂ ਦੇ ਨਾਲ ਜੁੜੇ ਹੋਏ ਸੀ। ਤਾਂ ਟੋਨੀ ਵੀਰ ਸਾਡੇ ਨਾਲ ਮੌਜੂਦ ਆ। ਆਪਾਂ ਟੋਨੀ ਵੀਰ ਨਾਲ ਵੀ ਗੱਲਬਾਤ ਕਰ ਲੈਂਦੇ ਆ, ਉਹਨਾਂ ਦਾ ਕੀ ਕਹਿਣਾ ਹੈਗਾ। ਵੀਰ ਜੀ, ਜਿਸ ਹਿਸਾਬ ਨਾਲ ਅੱਜ ਬਰਥਡੇ ਮਨਾਇਆ ਜਾ ਰਿਹਾ, ਪਰ ਉਸ ਤੋਂ ਪਹਿਲਾਂ ਦੀ ਅਸੀਂ ਗੱਲ ਕਰਦੇ ਤਾਂ ਤੁਸੀਂ ਬੜੇ ਅਰੇਂਜਮੈਂਟ ਕਰ ਰਹੇ ਸੀਗੇ, ਤਾਂ ਕਿੱਦਾਂ ਲੱਗ ਰਿਹਾ ਇਸ ਕਿਸਾਨੀ ਅੰਦੋਲਨ ਦੇ? ਹਾਂਜੀ, ਜਿੱਦਾਂ ਆਪਾਂ ਕਹਿੰਦੇ ਵੀ ਪੰਜਾਬੀ ਤੇ ਜਿਹੜੇ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਆ ਜੀ। ਕਿੱਡੀਆਂ ਮੁਸ਼ਕਲਾਂ ਹੋਣ, ਭਾਵੇਂ ਜੰਗਾਂ ਹੋਣ, ਸਾਡੇ ਗੁਰੂ ਸਾਹਿਬਾਨਾਂ ਤੋਂ ਸਾਨੂੰ ਜਿਹੜਾ ਆਪਣਾ ਵਿਰਸਾ ਮਿਲਿਆ, ਵੱਡੀ ਤੋਂ ਵੱਡੀ ਮੁਸ਼ਕਲ 'ਚ ਉਨੀ ਹੀ ਚੜ੍ਹਦੀ ਕਲਾ ਦੇ ਨਾਲ ਰਹਿਣਾ। ਸੋ ਜਿਹੜਾ ਅੰਦੋਲਨ ਹੈ ਲੰਬਾ ਹੋ ਰਿਹਾ। ਕਈ ਮੇਰੇ ਵੀਰ ਨਿਰਾਸ਼ਾ ਦੇ ਆਲਮ 'ਚ ਜਾ ਰਹੇ ਆ, ਪਰ ਇਦਾਂ ਦੀ ਕੋਈ ਗੱਲ ਨਹੀਂ ਹੈ। ਜਿੰਨਾ ਲੰਬਾ ਹੋਊ, ਜਿੰਨਾ ਆਪਣਾ ਸਬਰ ਪਰਖਿਆ ਜਾਊਗਾ, ਉਨੇ ਆਪਾਂ ਇਹ 'ਚੋਂ ਕੁੰਦਨ ਬਣ ਕੇ ਨਿਕਲਾਂਗੇ ਜੀ। ਹਾਂ, ਕੀ ਲੱਗਦਾ ਕਿ ਹੱਲ ਜਲਦੀ ਹੋਊਗਾ ਇਸ ਮੋਰਚੇ ਦਾ? ਮੈਂ ਤਾਂ ਕਹਿੰਦਾ ਕੋਈ ਗੱਲ ਨਹੀਂ ਵੀ ਜੇ ਇੰਨਾ ਸਮਾਂ ਲੱਗਾ, ਇੰਨਾ ਹੋਰ ਵੀ ਲੱਗ ਜਾਵੇ। ਤੁਸੀਂ ਇਹ ਦੇਖੋ ਇਸ ਅੰਦੋਲਨ ਦਾ ਮੈਸੇਜ ਕਿੰਨਾ ਜਾ ਰਿਹਾ ਜੀ, ਸਾਰੇ ਦੇਸ਼ 'ਚ ਜਾ ਰਿਹਾ। ਜੇ ਇਸ ਮੋਦੀ ਸਰਕਾਰ ਦੇ ਉਲਟ ਕੋਈ ਆਵਾਜ਼ ਨਹੀਂ ਸੀ ਉਠਾ ਰਿਹਾ, ਉਸ ਮੋਦੀ ਦੇ ਆਪਾਂ 5 ਮਹੀਨੇ ਤੋਂ ਇੱਥੇ ਉੱਪਰ ਬੈਠੇ ਆ, ਬਿਲਕੁਲ ਚੜ੍ਹ ਕੇ। ਪਰ ਤੁਸੀਂ ਦੇਖ ਸਕਦੇ ਹੋ ਨਾ, ਹੁਣ ਕਰੋਨਾ ਕਰਕੇ ਇਹ ਕਹਿ ਰਹੇ ਨੇ ਕਿ ਗਿਣਤੀ ਇੱਥੇ ਘਟ ਰਹੀ ਆ, ਲੋਕਡਾਊਨ ਦਾ ਅਸਰ ਵੀ ਕਿਸਾਨੀ ਅੰਦੋਲਨ ਤੇ ਪੈ ਰਿਹਾ। ਤੁਹਾਨੂੰ ਕੀ ਲੱਗਦਾ ਹੈ? ਨਹੀਂ ਦੇਖੋ, ਜਿਹੜੀ ਕਰੋਨਾ ਆ ਇਹ ਆਪਾਂ ਨੋ ਡਾਊਟ ਬਿਮਾਰੀ ਉਹ ਹੈਗੀ ਆ, ਹੈ ਪਰ ਜਿਸ ਹਿਸਾਬ ਨਾਲ ਪ੍ਰਚਾਰੀ ਜਾ ਰਹੀ ਆ ਓਡੀ ਗੱਲ ਨਹੀਂ। ਸਰਕਾਰ ਦੀ ਨਾਕਾਮੀ ਦੇਖੋ, ਦਿੱਲੀ ਸਾਡੇ ਕਿੰਨੇ ਭਾਈ ਭੈਣ ਜਿਹੜੇ ਆ ਉਹ ਖਤਮ ਹੋ ਰਹੇ ਆ, ਉੱਥੇ ਉਹਨਾਂ ਦਾ ਸੰਸਕਾਰ ਕਰਨ ਨੂੰ ਸਮਾਂ ਨਹੀਂ। ਉਹ ਸਰਕਾਰ ਦੀ ਨਲਾਇਕੀ ਆ। ਕਰੋਨਾ ਐਡੀ ਘਾਤਕ ਨਹੀਂ ਹੈ ਜਿੱਡੀ ਦਿੱਲੀ ਵਿੱਚ ਉਹ ਬਣ ਗਈ ਆ। ਬਾਕੀ ਦੇਸ਼ ਦੇ ਸੂਬਿਆਂ ਵਿੱਚ ਵੀ ਸਾਰੇ ਬੈਠੇ, ਉੱਥੇ ਇੰਨੀ ਕਿਉਂ ਨਹੀਂ? ਦਿੱਲੀ ਦੇਸ਼ ਦੀ ਰਾਜਧਾਨੀ ਆ, ਸੈਂਟਰ ਦੀ ਉੱਥੇ ਜ਼ਿੰਮੇਵਾਰੀ ਬਣਦੀ ਹੈ। ਇਕੱਲੀ ਸਟੇਟ ਸਰਕਾਰ ਦੀ ਤਾਂ ਬਣਦੀ ਹੀ ਬਣਦੀ, ਉਹਨਾਂ ਸੈਂਟਰ ਦੀ ਵੀ ਹੀ ਉਨੀ ਹੀ ਜ਼ਿੰਮੇਵਾਰੀ ਬਣਦੀ ਆ। ਉਹ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਦੇ ਤਾਂ ਉੱਥੇ ਕਾਬਲ ਨਹੀਂ ਹੈਗੇ। ਇੱਥੇ ਜਿਹੜੇ ਕਿਸਾਨ ਆ 5 ਮਹੀਨਿਆਂ ਤੋਂ ਬੈਠੇ, ਇਹਨਾਂ ਬਾਰੇ ਤਾਂ ਉਹਨਾਂ ਨੇ ਸੋਚਣਾ ਕੀ ਆਪਾਂ ਕੀ ਆਸ ਕਰ ਸਕਦੇ ਹਾਂ। ਪਰ ਤੁਸੀਂ ਦੇਖੋ, ਜਿਹੜਾ ਕਰੋਨਾ ਦਾ ਸਮਾਂ ਆ, ਇਹ 20-25 ਦਿਨ ਦੇ ਵਿੱਚ ਇਹ ਪੀਕ ਇਹਦਾ ਨਿਕਲ ਜਾਣਾ। ਸਾਨੂੰ ਸਬਰ ਬਣਾ ਕੇ ਰੱਖਣਾ ਪੈਣਾ, ਸਾਨੂੰ ਇੱਥੇ ਟਿਕਣਾ ਪੈਣਾ। ਕਰੋਨਾ ਦੇ ਨਾਂ ਤੋਂ ਜਿਹੜਾ ਸਰਕਾਰ ਦਾ ਆਪਰੇਸ਼ਨ ਕਲੀਨ, ਇਹ ਤੋਂ ਆਪਣਿਆਂ ਨੂੰ ਬਚਾਉਣਾ ਪੈਣਾ। ਜਿਹੜੀਆਂ ਬਾਕੀ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਆਪਾਂ ਅੱਗੇ ਜਾਣਾ ਪਿੱਛੇ ਜਾਣਾ, ਉਹ ਬਾਅਦ ਦੀਆਂ ਗੱਲਾਂ ਜੀ। ਜਿਸ ਤਰ੍ਹਾਂ ਜਿਹੜੀ ਸਰਕਾਰ ਦੀ ਚਾਲ ਹੈ, ਆਪਾਂ ਉਹਨੂੰ ਕਿੱਦਾਂ ਤੋੜ ਕੇ ਜਵਾਬ ਦੇਣਾ? ਆਪਰੇਸ਼ਨ ਕਲੀਨ ਦੀ ਗੱਲ ਕਰ ਰਹੇ ਕਿਉਂਕਿ ਉਹ ਕਰੇ ਕਰੋਨਾ ਬਹੁਤ ਜ਼ਿਆਦਾ ਫੈਲ ਰਿਹਾ ਹੈਗਾ, ਤਾਂ ਅਸੀਂ ਕਿਸਾਨੀ ਅੰਦੋਲਨ ਵੀ ਇੱਥੋਂ ਚੁਕਾਉਣਾ ਚਾਹੁੰਦੇ ਹਾਂ। ਤਾਂ ਕੀ ਲੱਗਦਾ ਜੇ ਉਹ ਆਪਣੇ ਹੱਥ ਕੰਡੇ ਅਪਣਾਉਣਗੇ ਤਾਂ ਕੀ ਕੀਤਾ ਜਾਊਗਾ ਤੁਹਾਡੇ ਵੱਲੋਂ? ਨਹੀਂ, ਕਿਸਾਨੀਆਂ ਨੂੰ ਕਿਹਦੇ ਬੇਸ ਤੇ ਚੁਕਾਉਣਗੇ ਜੀ? ਉਹ ਇੱਥੋਂ ਕਿੰਨੇ ਮਤਲਬ ਆਪਣੇ ਬੰਦੇ ਬਿਮਾਰ ਹੋ ਕੇ ਜਾ ਰਹੇ ਆ, ਜਾਂ ਕਿੰਨੇ ਮਤਲਬ ਇੱਥੇ ਬੰਦੇ ਜਿਹੜੇ ਆ ਵਿੱਚ ਵੀ ਧਾਰਾ 144 ਉਹਨਾਂ ਨੇ ਲਾ ਦਿੱਤੀ ਹੈਗੀ ਆ। ਉਹਨਾਂ ਨੇ ਕਿਹਾ ਇਕੱਠ ਹੈ ਜਿਹੜਾ ਹੋਣ ਨਹੀਂ ਦੇਣਾ। ਤੇ ਅੰਦੋਲਨ ਪਹਿਲੇ ਦਿਨ ਤੋਂ ਕਰੋਨਾ ਜੀ ਚੱਲ ਰਿਹਾ ਜੀ। ਪਹਿਲੇ ਦਿਨ ਤੋਂ ਹੀ ਕਰੋਨਾ ਪੀਕ ਟਾਈਮ ਸੀ ਜਿਸ ਟਾਈਮ ਦਾ ਅੰਦੋਲਨ ਸ਼ੁਰੂ ਹੋਇਆ ਆ। ਤੇ ਤੁਹਾਨੂੰ ਪਤਾ ਹੈ ਕਿ ਬਿਮਾਰੀ ਦੇ ਨਾਲ ਨਾਲ ਸਰਕਾਰਾਂ ਇਹਨੂੰ ਆਪਣੇ ਹਥਿਆਰ ਦੇ ਤੌਰ ਤੇ ਵਰਤ ਰਹੀਆਂ, ਪਰ ਇੱਥੇ ਕਿਸਾਨ ਅੰਦੋਲਨ 'ਚੋਂ ਵੜ ਨਹੀਂ ਸਕਦੇ। ਤੁਹਾਨੂੰ ਲੱਗ ਰਿਹਾ ਕਿ ਜਿਹੜਾ ਕਰੋਨਾ ਹੁਣ ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ? ਬਿਲਕੁਲ, ਬਿਮਾਰੀ ਤਾਂ ਹੈ, ਇਸ ਗੱਲੋਂ ਆਪਾਂ ਇਨਕਾਰ ਨਹੀਂ ਕਰਦੇ, ਪਰ ਸਰਕਾਰ ਇਹਨੂੰ ਆਪਣੇ ਨਿੱਜੀ ਲਾਭ ਲਈ
ਤੇ ਇੱਕ ਜਿਹੜਾ ਅੰਦੋਲਨ ਦੀ ਸਮਾਪਤੀ ਦੇ ਵਾਸਤੇ ਜਿੱਦਾਂ ਕਿ ਪਿੱਛੇ ਸਰਕਾਰ ਕਰਦੀ ਆਈ ਆ ਉਸੇ ਢੰਗ ਨਾਲ ਇਹਨੂੰ ਵਰਤਣਾ ਚਾਹੁੰਦੀ ਆ। ਪਰ ਜਿਹੜਾ ਇਦਾਂ ਬਿਲਕੁਲ ਹੋਣ ਨਹੀਂ ਦੇਵਾਂਗੇ, ਕਿਉਂਕਿ ਸਾਡੇ ਲੋਕ ਇੰਨੇ ਸੁਚੇਤ ਆ ਕਿ ਉਹ ਆਪਣਾ ਇੱਥੇ ਜੋ ਜ਼ਰੂਰੀ ਉਹਦੇ ਮਾਪਦੰਡ ਉਹ ਬਣਾ ਕੇ ਰੱਖਦੇ ਆ, ਸਿਹਤ ਦਾ ਆਪਣਾ ਧਿਆਨ ਰੱਖਦੇ ਆ, ਤੇ ਕੋਈ ਐਡੀ ਗੱਲ ਨਹੀਂ ਹੈ। ਤੇ ਸਰਕਾਰ ਜਿਹੜਾ ਮਰਜ਼ੀ ਹੱਥਕੰਡਾ ਬਣਾ ਲਵੇ, ਜਿੰਨਾ ਚਿਰ ਸਾਡੇ ਲੋਕ ਇੱਥੇ ਸ਼ਾਂਤੀ ਨਾਲ ਬੈਠੇ ਆ ਨਾ, ਸਰਕਾਰ ਕੁਝ ਨਹੀਂ ਕਰ ਸਕਦੀ। ਜੇਕਰ ਅਸੀਂ ਕਿਸੇ ਉੱਦਾਂ ਦੀ ਕਾਰਵਾਈ ਨੂੰ ਅੰਜਾਮ ਕਾਹਲਾ ਪਾਵਾਂਗੇ ਜਾਂ ਕੁਛ ਕਰਾਂਗੇ, ਫਿਰ ਆਪਾਂ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਏਜੰਡਾ ਆ ਉਹ ਸਰਕਾਰ ਦੇ ਆਪਾਂ ਸਿਰੇ ਚਾੜ੍ਹਨ ਵਾਲੇ ਪਾਸੇ ਜਾਵਾਂਗੇ। ਆਹ ਜਿਹੜਾ ਸਮਾਂ ਆ ਕਰੋਨਾ ਤੋਂ ਅੰਦੋਲਨ ਨੂੰ ਬਚਾਉਣ ਦਾ ਮੁੱਖ ਹੈ ਜੀ, ਸਾਡੀ ਸੋਚ ਇਹ ਆ। ਜੀ ਅਜੇ ਵੀ ਕੋਈ ਕਹਿੰਦੇ ਨੇ ਕਿ ਨੌਜਵਾਨ ਇੱਥੇ ਕੋਈ ਸੇਵਾ ਨਹੀਂ ਕਰ ਰਹੇ, ਨੌਜਵਾਨ ਆਪ ਵੀ ਕਿਸਾਨੀ ਅੰਦੋਲਨ 'ਚ ਜਿਹੜਾ ਕਿ ਘੱਟ ਆ ਰਹੇ ਨੇ, ਮਤਲਬ ਕਿ ਪੂਰਾ ਲਗਾਤਾਰ ਜਿਸ ਤਰ੍ਹਾਂ ਚੀਮਾ 5 ਮਹੀਨੇ ਹੋ ਗਏ ਇੱਥੇ ਹੀ ਆ, ਤਾਂ ਕਹਿ ਰਹੇ ਕਿ ਉਹ ਆਉਂਦੇ ਨੇ ਜਾਂਦੇ ਨੇ, ਸਿਰਫ ਗੇੜਾ ਮਾਰ ਕੇ ਚਲੇ ਜਾਂਦੇ ਨੇ, ਤਾਂ ਕੋਈ ਸੇਵਾਵਾਂ 'ਚ ਵੀ ਯੋਗਦਾਨ ਨਹੀਂ ਹੈਗਾ। ਤਾਂ ਤੁਹਾਡੇ ਵੱਲੋਂ ਕਿਹੜੀਆਂ ਸੇਵਾਵਾਂ ਚੱਲ ਰਹੀਆਂ? ਮੈਂ ਦੇਖੋ ਜਿਹੜੇ ਪ੍ਰਚਾਰ ਕੀਤੇ ਜਾਂਦੇ ਨਾ, ਜੇ ਅੰਦੋਲਨ ਇੰਨੇ ਚਿਰ ਦਾ ਇੱਥੇ ਬੈਠਾ ਤਾਂ ਸਾਰਾ ਨੌਜਵਾਨਾਂ, ਬਜ਼ੁਰਗਾਂ, ਬੀਬੀਆਂ, ਭੈਣਾਂ ਦੇ ਇਹ ਸਾਰੀ ਸਹਿਭਾਗਤਾ ਜਿਹੜੀ ਹੈਗੀ ਆ ਉਹਦੇ ਕਰਕੇ ਇੱਥੇ ਬੈਠੇ ਆ। ਇਹ ਜਿਹੜੀਆਂ ਗੱਲਾਂ ਪ੍ਰਚਾਰੀਆਂ ਜਾ ਰਹੀਆਂ ਇਹਨਾਂ 'ਚ ਕੋਈ ਦਮ ਨਹੀਂ। ਸੇਵਾਵਾਂ ਆਪਾਂ ਕਹੀਏ ਹਰੇਕ ਬੰਦਾ, ਹਰੇਕ ਸੰਸਥਾ ਆਪ ਆਪਣੇ ਪੱਧਰ ਤੇ ਵੱਧ ਚੜ੍ਹ ਕੇ ਜਿਹੜੀ ਕਿ ਉਹ ਆਪ ਇਹਦੇ ਉੱਤੇ ਵਿੱਚ ਆਪਣਾ ਹਿੱਸਾ ਪਾ ਰਹੀ ਆ। ਹੁਣ ਤੁਸੀਂ ਇੱਥੇ ਦੇਖੋ 5 ਮਹੀਨਿਆਂ ਤੋਂ 5 ਤੋਂ 7,000 ਬੰਦੇ ਦੀ ਰਿਹਾਇਸ਼ ਦਾ ਇੱਥੇ ਇੰਤਜ਼ਾਮ ਹੈ ਜੀ। ਆ ਜਿੰਨੇ ਸਾਡੇ ਭਰਾ ਖੜੇ ਆ, ਚਲੋ ਤੁਸੀਂ ਮਾਣ ਦਿੰਦੇ ਆ, 2-3 ਦਾ ਸਾਡਾ ਨਾਂ ਹੈ, ਪਰ ਅਸੀਂ ਉਸ ਗੱਲ ਨੂੰ ਜਾਇਜ਼ ਨਹੀਂ ਸਮਝਦੇ। ਇਹ ਸਾਰਿਆਂ ਦਾ ਹੀ ਉਨਾ ਯੋਗਦਾਨ ਆ, ਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਹੁੰਦੇ ਕੋਈ ਸਾਡਾ ਨਾਂ ਲਵੇ ਜਾਂ ਕਿੱਦਾਂ ਕਰੇ, ਨਾ ਕੋਈ ਇੱਥੇ ਆਪਣੇ ਨੂੰ ਪ੍ਰਮੋਟ ਕਰਦਾ। ਜਿੱਦਾਂ ਪ੍ਰਧਾਨ ਜੀ ਨੇ ਆਖਿਆ, ਸੇਵਾ ਕਰ ਰਹੇ ਆ, ਠੀਕ ਆ। ਇਹ ਬੰਦੇ ਗੇਮ 'ਚ ਲੋਕ ਜਾਣਦੇ ਆ, ਇਹਨਾਂ ਨੂੰ ਇੱਕ ਚਿਹਰੇ ਬਣ ਜਾਂਦੇ ਆ। ਤੇ ਦੂਜਾ ਜਿਹੜੀ ਗੱਲ ਆ ਕਿ ਲੰਗਰ ਪਹਿਲੇ ਦਿਨ ਤੋਂ ਪਹਿਲਾਂ ਬਾਹਰ ਸੀ, ਹੁਣ ਜੋ ਹਾਲਾਤ ਦੇਖ ਕੇ ਇਹਨਾਂ ਦਿਨਾਂ ਵਿੱਚ ਹੀ ਲੰਗਰ ਦੀ ਸ਼ੈੱਡ ਪਾਈ ਗਈ, ਬਹਿਣ ਦੀ ਵਿਵਸਥਾ ਕੀਤੀ ਗਈ, ਕਿਉਂਕਿ 70% ਸਾਡੇ ਬਜ਼ੁਰਗ ਇੱਥੇ ਬੈਠੇ ਆ, ਉਹਨਾਂ ਨੂੰ ਬਹਿ ਕੇ ਖਾਣ ਦੀ ਤਕਲੀਫ ਬਹੁਤ ਆਉਂਦੀ ਸੀ, ਤੇ ਉਹ ਸਾਰਾ ਤੁਸੀਂ ਸੈੱਟ ਪੰਗਤਾਂ ਦੇ ਵਿੱਚ ਬੈਠਿਆ ਨਹੀਂ ਸੀ ਜਾਂਦਾ, ਤਾਂ ਟੇਬਲ ਤੇ ਗੋਡਿਆਂ ਦੀ ਪ੍ਰੋਬਲਮ ਆ ਜਾਂਦੀ। ਹਾਂਜੀ, ਸਾਰਾ ਤੁਸੀਂ ਪ੍ਰਬੰਧ ਦੇ ਸਕਦੇ ਆ। ਜਿਹਨੂੰ ਆਪਾਂ ਕਹਿ ਰਹੇ ਕਿ ਅੰਦੋਲਨ ਹੁਣ ਢਹਿੰਦੀ ਗੱਲਾਂ 'ਚ ਇਸ ਸਮੇਂ ਵਿੱਚ ਇੱਥੇ ਆਹ ਪ੍ਰਬੰਧ ਕੀਤੇ ਜਾ ਰਹੇ ਆ ਜੀ। ਅੱਜ ਆਹ 100 ਬੈੱਡ, ਹਾਂਜੀ 100 ਬੈੱਡ, 10 ਕੂਲਰ, ਚਾਦਰਾਂ, ਕੁਰਸੀਆਂ, ਸਾਰਾ ਗਰਮੀਆਂ ਦਾ ਇੰਤਜ਼ਾਮ, ਫਰੀਜ਼ਰ ਵੀ ਆ ਰਿਹਾ ਪਿੱਛੇ, ਵੱਡੇ ਇੰਤਜ਼ਾਮ ਹੋ ਰਹੇ ਆ। ਕਿਸ ਗੱਲ ਦੀ ਘਾਟ ਆ ਜੀ? ਇੱਕ ਇਹ ਆ ਵੀ ਆਪਣੇ ਆਪ ਨੂੰ ਬੰਨ੍ਹ ਕੇ ਰੱਖੀਏ, ਆਪਾਂ ਲੀਡਰਾਂ 'ਤੇ ਯਕੀਨ ਕਰੀਏ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਲੀਡਰ ਕਿਸੇ ਗੱਲ ਦੇ ਕਾਬਲ ਨਹੀਂ। ਜੋ ਆਪਾਂ ਨੂੰ ਇੱਥੇ ਲੈ ਕੇ ਆਏ ਆ ਤਾਂ ਗਾਂ ਰਸਤਾ ਵੀ ਉਹਨਾਂ ਨੇ ਹੀ ਦਿਖਾਉਣਾ। ਆਪਣੇ ਜੇ ਕੋਈ ਸੁਝਾਅ ਆ ਆਪਾਂ ਉਹਨਾਂ ਨੂੰ ਅੰਦਰ ਬਹਿ ਕੇ ਦੱਸ ਸਕਦੇ ਆ। ਆਪਾਂ ਉਹਨਾਂ ਨੂੰ ਡਿਮੋਰਲਾਈਜ਼ ਨਾ ਕਰੀਏ, ਆਪਾਂ ਉਹਨਾਂ ਨੂੰ ਇੱਦਾਂ ਨਾ ਅਹਿਸਾਸ ਕਰਾਈਏ ਵੀ ਯਾਰ ਸਾਡੀ ਕੋਈ ਸੁਣਦਾ ਤਾਂ ਨਹੀਂ, ਅਸੀਂ ਵੀ ਜਾਂਦੇ ਆ, ਤੇ ਫਿਰ ਇਹਨੂੰ ਕੌਣ ਕਮਾਂਡ ਕਰੂਗਾ ਜੀ। ਸੋ ਇਹ ਬੇਨਤੀਆਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਆ ਕਿ ਆਪਾਂ ਠੀਕ ਆ, ਸੁਝਾਅ ਦੇਣੇ ਬਣਦੇ ਆ, ਆਪਣਾ ਰਾਈਟ ਵੀ ਆ, ਤੇ ਆਪਾਂ ਕਿਸੇ ਢੰਗ ਨਾਲ ਕਿਸੇ ਜਾਬਤੇ ਚੱਲੀਏ ਤਾਂ ਕਿ ਜਿਹੜਾ ਆਪਣਾ ਐਡਾ ਅੰਦੋਲਨ ਹੈ ਜਿਹਨੂੰ ਅੱਜ ਦੁਨੀਆ ਦੇਖ ਰਹੀ ਆ, ਉਹ ਕਿਤੇ ਨਾ ਕਿਤੇ ਆਪਣੇ ਜਲਦਬਾਜ਼ੀ ਦੇ ਕਾਰਨ, ਜ਼ਿਆਦਾ ਉਤਸ਼ਾਹ ਦੇ ਕਾਰਨ ਕਿਸੇ ਮਤਲਬ ਉਹਨੂੰ ਨੁਕਸਾਨ ਨਾ ਹੋ ਜਾਵੇ। ਜੀ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਦੇ ਮੂੰਹ ਮੋੜੇ ਉਹ ਅੱਜ ਫੇਰ ਸਾਨੂੰ ਲਲਕਾਰਦੇ ਨੇ, ਬਾਜਾਂ ਵਾਲੇ ਆਵਾਜ਼ ਨੂੰ ਭੇਜ ਮੁੜ ਕੇ, ਉਹ ਵੈਰੀ ਤਿੱਤਰੀ ਉਡਾਰੀਆਂ ਮਾਰਦੇ ਨੇ, ਉਹ ਵੈਰੀ ਤਿੱਤਰੀ ਉਡਾਰੀਆਂ ਮਾਰਦੇ ਨੇ। ਹੋ ਕੀ ਅੰਨਦਾਤਾ ਲੈ ਕਿਨੇ ਰੋਲਤਾ, ਲਿਆਵਾਂ ਗੱਲ ਟਿਕਾਣੇ, ਕਿਸਾਨ ਵਿਰੋਧੀ ਬਿੱਲ ਆ ਗਏ ਹਰ ਕੋਈ ਬੰਦਾ ਜਾਣੇ। ਹੋ ਨਾ ਟਕੇ ਦੇ ਫਿਰਨੇ ਆਉਣ ਨੂੰ ਕਾਰਪੋਰੇਟ ਘਰਾਣੇ, ਅੰਨਦਾਤਾ ਜੇ ਖਤਮ ਹੋ ਗਿਆ ਕਿਵੇਂ ਉੱਗਣਗੇ ਦਾਣੇ। ਹੋ ਬਹਿ ਗਏ ਧਰਨੇ ਤੇ ਫਿਰ ਕੀ ਨਿਆਣੇ ਕੀ ਸਿਆਣੇ, ਦਰਦ ਕਿਸਾਨਾਂ ਦਾ ਮੋਦੀ ਛੜਾ ਕੀ ਜਾਣੇ, ਦਰਦ ਕਿਸਾਨਾਂ ਦਾ ਮੋਦੀ ਛੜਾ ਕੀ ਜਾਣੇ, ਦਰਦ ਕਿਸਾਨਾਂ ਦਾ। ਹੋ ਸੁਣੋ ਮੁੰਡਿਓ ਦਰਦ ਕਿਸਾਨੀ ਕੌਣ ਜਾਣਦਾ, ਝੂਠ ਗੱਲ ਨਾ ਰਾਈ, ਬੈਠੇ ਧਰਨੇ ਤੇ ਫਿਰ ਮਹੀਨੇ ਗੁਜ਼ਰ ਗਏ 2.5। ਹੋ ਫੇਰ ਪੰਜਾਬੀ ਤੁਰ ਪਏ ਉਹਦੇ ਕਰਕੇ ਫੁੱਲ ਚੜਾਈ, ਖੱਟੜਿਆ ਸਰਕਾਰਿਓ ਮਾੜੀ ਜੀ ਨੇ ਰੁਕਾਵਟ ਪਾਈ। ਹੋ ਬੈਰੀਗੇਟ ਫਿਰ ਪੈ ਗਏ ਤੋੜਨੇ, ਝੂਠ ਗੱਲ ਨਾ ਰਾਈ, ਵਿੱਚ ਦਿੱਲੀ ਦੇ ਗੜਕ ਪੰਜਾਬੀ ਗੱਜ ਕੇ ਫਤਿਹ ਬੁਲਾਈ, ਹਿੱਕ ਤੇ ਮੋਦੀ ਦੇ ਨੱਚਣ ਪੰਜਾਬੀ ਭਾਈ, ਹਿੱਕ ਤੇ ਮੋਦੀ ਦੇ ਨੱਚਣ ਪੰਜਾਬੀ ਭਾਈ, ਹਿੱਕ ਤੇ ਮੋਦੀ ਦੇ। ਕਿਸਾਨੀ ਵਾਲੇ ਮਸਲੇ ਤੈਨੂੰ ਹੱਲ ਕਰਨੇ ਪੈਣਗੇ ਸਾਰੇ, ਨਹੀਂ ਤਾਂ ਦਿਲੀਏ ਤੇਰੀ ਹਿੱਕ ਤੇ, ਹੋ ਨਹੀਂ ਤਾਂ ਦਿਲੀਏ ਤੇਰੀ ਹਿੱਕ ਤੇ, ਰੋਜ਼ ਲੱਗਣਗੇ ਧਰਨੇ ਤਖਤੋਂ ਲਾ ਦਾਂਗੇ, ਜ਼ੁਲਮ ਹੋਰ ਨਹੀਂ ਜਰਨੇ ਤਖਤੋਂ ਲਾ ਦਾਂਗੇ, ਜ਼ੁਲਮ ਹੋਰ ਨਹੀਂ ਜਰਨੇ ਤਖਤੋਂ ਲਾ ਦਾਂਗੇ।
ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ 1000 ਹੋ ਕਿਸ ਹਾਲ 'ਚ ਵਿਦੇਸਾਂ ਵਿੱਚ ਵਸਦਾ ਹੋ ਕਿਸ ਹਾਲ 'ਚ ਵਿਦੇਸਾਂ ਵਿੱਚ ਵਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ ਹੋ ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਪੁੱਛਦੇ ਨੇ ਕਈ ਕੀ ਸਾਡੇ ਲਈ ਲਿਆਵੇਂਗਾ ਪਰ ਅੰਮੀ ਪੁੱਛੇ ਪੁੱਤਾ ਕਰ ਕਦੋਂ ਆਵੇਂਗਾ ਪੁੱਛਦੇ ਨੇ ਕਈ ਕੀ ਸਾਡੇ ਲਈ ਲਿਆਵੇਂਗਾ ਪਰ ਅੰਮੀ ਪੁੱਛੇ ਪੁੱਤਾ ਕਰ ਕਦੋਂ ਆਵੇਂਗਾ ਇੱਕ ਮੇਰੀ ਮਾਂ ਜੀ ਨੂੰ ਦਿਲੋਂ ਐ ਫਿਕਰ ਇੱਕ ਮੇਰੀ ਮਾਂ ਜੀ ਨੂੰ ਦਿਲੋਂ ਐ ਫਿਕਰ ਬਾਕੀ ਹਾਲ ਸਾਰੇ ਲਾਲ ਜਾਂਦੇ ਮਾਰੇ ਪੁੱਛਦੇ ਹੋ ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਇੱਥੇ ਕੀਤੇ ਗਏ ਨੇ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕਹਿ ਰਹੇ ਸੀਗੇ ਕਿ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਨੌਜਵਾਨਾਂ ਕੋਲ ਵੱਲੋਂ ਕੋਈ ਸੇਵਾਵਾਂ ਨਹੀਂ ਚੱਲ ਰਹੀਆਂ, ਪਰ ਇਹ ਵੀਰ ਆ ਜਿਹੜਾ ਕਿ ਸ਼ੋਸ਼ਾ ਨਹੀਂ ਕਰਦੇ, ਗੁਪਤ ਆਪਣੀ ਸੇਵਾ ਕਰ ਰਿਹਾ। ਅਜੇ ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਇੱਥੇ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਚੱਲ ਰਹੀਆਂ ਹੈਗੀਆਂ। ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਬੈੱਡ ਰੱਖੇ ਹੋਏ ਨੇ, ਦੂਜੇ ਪਾਸੇ ਕੂਲਰ ਲੈ ਕੇ ਆਏ ਨੇ, ਤਾਂ ਲੰਗਰ ਹੈ ਜਿਹੜਾ ਉਹ ਬੜੇ ਵੱਡੇ ਪੱਧਰ ਤੇ ਇਹਨਾਂ ਦਾ ਚੱਲ ਰਿਹਾ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ, ਲਗਾਤਾਰ ਤੁਹਾਨੂੰ ਇਸੇ ਹੀ ਤਰ੍ਹਾਂ ਕਿਸਾਨੀ ਅੰਦੋਲਨ ਦੇ ਰੰਗ ਦਿਖਾਉਂਦੇ ਲਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।